ਕੇਂਚੂਆ ਲੰਮੇ ਸਮੇਂ ਤੋਂ ਕਿਸਾਨ ਦੇ ਅਨਿੱਖੜਵੇਂ ਮਿੱਤਰ ਦੇ ਹੱਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਵਰਮੀ ਕੰਪੋਸਟ ਖੇਤੀ ਦੇ ਲਈ ਟਿਕਾਊ ਆਧਾਰ ਪ੍ਰਦਾਨ ਕਰਨ ਦੇ ਲਈ ਘੱਟ ਖਰਚੀਲਾ ਬਣਾਇਆ ਜਾ ਸਕਦਾ ਹੈ। ਭਾਰਤ ਦੀ ਖੇਤੀ ਦਾ ਸੰਪੂਰਨ ਪਰਿਵਰਤਨ ਕਰਨ ਦੇ ਲਈ ਇਹ ਕ੍ਰਾਂਤੀਕਾਰੀ ਤਕਨੀਕ ਹੈ। ਪੁਸਤਕ ਦਾ ਨਾਮ ਵਰਮੀ ਕੰਪੋਸਟਿੰਗ ਮੈਨੂਅਲ। ਪੁਸਤਕ ਦੀ ਜਾਣਕਾਰੀ ਹਰਿਤ ਕ੍ਰਾਂਤੀ ਦੇ ਲਈ ਅਪਣਾਈ ਗਈ ਬਹੁਤ ਜ਼ਿਆਦਾ ਰਸਾਇਣਾਂ ਅਤੇ ਸਿੰਚਾਈ ਤੇ ਆਧਾਰਿਤ ਤਕਨੀਕ ਨੇ ਜਿੱਥੇ ਅਨਾਜ ਦੀ ਪੈਦਾਵਾਰ ਵਿੱਚ ਵਾਧਾ ਕੀਤਾ, ਉੱਥੇ ਆਧੁਨਿਕ ਭਾਰਤੀ ਖੇਤੀ ਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਬੇਲੋੜੀ ਖਾਦਾਂ ਦੀ ਵਰਤੋਂ ਕਰਨ ਨਾਲ ਜਿੱਥੇ ਜ਼ਮੀਨ ਵਿੱਚ ਜੈਵਿਕ ਪਦਾਰਥ ਨਿਰੰਤਰ ਘਟਦੇ ਜਾ ਰਹੇ ਹਨ, ਭੂਮੀ ਦੀ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ ਅਤੇ ਇਸ ਤੋਂ ਹਰਿਤ ਕ੍ਰਾਂਤੀ ਦੇ ਮੁੱਖ ਖੇਤਰ ਪੰਜਾਬ, ਹਰਿਆਣਾ, ਮਹਾਰਾਸ਼ਟਰ ਵਰਗੇ ਵਿਕਸਤ ਪ੍ਰਦੇਸ਼ਾਂ ਸਮੇਤ ਬਹੁਤ ਸਾਰੇ ਖੇਤਾਂ ਦੀ ਭੂਮੀ ਦੀ ਉਤਪਾਦਨ ਘਟੀਆ ਹੋ ਰਿਹਾ ਹੈ। ਉੱਥੇ ਹੀ ਤੋਂ ਜ਼ਹਿਰੀਲਾ ਪੈਦਾ ਹੋਣ ਵਾਲਾ ਅਨਾਜ, ਸਬਜ਼ੀ, ਫਲ ਅਤੇ ਦੁੱਧ ਮਨੁੱਖ ਦੀ ਸਿਹਤ ਦੇ ਲਈ ਖਤਰਾ ਬਣਦਾ ਜਾ ਰਿਹਾ ਹੈ। ਵੱਧਦੀ ਆਬਾਦੀ ਦੇ ਕਾਰਨ ਪ੍ਰਤੀ ਵਿਅਕਤੀ ਘਟਦੀ ਜਾ ਰਹੀ ਜ਼ਮੀਨ ਅਤੇ ਰਸਾਇਣਾਂ ਦੀ ਵਰਤੋਂ ਨਾਲ ਖੇਤੀ ਮਹਿੰਗੀ ਹੁੰਦੀ ਜਾ ਰਹੀ ਹੈ। ਇਸ ਦਾ ਹੱਲ ਪ੍ਰਕਿਰਤਿਕ ਸਾਧਨਾਂ ਦੇ ਸਮੁੱਚੇ ਉਪਯੋਗ ਅਤੇ ਪੋਸ਼ਣ ਤੇ ਆਧਾਰਿਤ ਜੈਵਿਕ ਖੇਤੀ ਤੋਂ ਹੀ ਸੰਭਵ ਹੋ ਸਕਦਾ ਹੈ। ਇਸ ਉੱਤੇ ਖੇਤੀ ਵਿਗਿਆਨਕ ਅਤੇ ਨੀਤੀ ਨਿਰਧਾਰਨ ਕਰਨ ਵਾਲੇ ਸਾਰੇ ਆਪੋ ਆਪਣੇ ਢੰਗ ਤੋਂ ਸਹਿਮਤ ਹਨ ਅਤੇ ਕੋਸ਼ਿਸ਼ ਕਰ ਰਹੇ ਹਨ, ਪਰ ਮੁੱਖ ਸਮੱਸਿਆ ਇਹ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਜੈਵਿਕ ਖਾਦਾਂ ਦੀ ਪੂਰਤੀ ਕਿਵੇਂ ਅਤੇ ਕਿੱਥੋਂ ਕੀਤੀ ਜਾਵੇ ਜੋ ਖਾਦਾਂ ਦਾ ਪੂਰੀ ਤਰ੍ਹਾਂ ਸਥਾਨ ਲੈ ਸਕੇ। ਪੁਸਤਕ 'ਚੋਂ ਕੁਝ ਪ੍ਰਸ਼ਨ। ਵਰਮੀ ਕੰਪੋਸਟ ਕੀ ਹੈ? ਕੀ ਵਰਮੀ ਕੰਪੋਸਟ ਯੂਰੀਆ ਜਾਂ DPA ਲਈ ਇੱਕ ਬਦਲ ਹੈ? ਕੀ ਵਰਮੀ ਕੰਪੋਸਟ ਤਕਨੀਕ ਘੱਟ ਤੋਂ ਘੱਟ ਸਮੇਂ ਵਿੱਚ ਜੈਵਿਕ ਖਾਦਾਂ ਨੂੰ ਕੰਪੋਸਟ ਖਾਦ ਵਿੱਚ ਬਦਲ ਸਕਦੀ ਹੈ? ਵਰਮੀ ਕੰਪੋਸਟ ਸਧਾਰਨ ਖਾਦ ਤੋਂ ਕਿਵੇਂ ਬਿਹਤਰ ਹੈ? ਇਹਨਾਂ ਸਾਰੇ ਸਵਾਲਾਂ ਦੇ ਉੱਤਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ, ਜਿਸ ਵਿੱਚ ਵਰਮੀ ਕੰਪੋਸਟ ਦੇ ਸੰਦਰਭ ਵਿੱਚ ਹਰ ਗੱਲ ਤੇ ਵਿਸਥਾਰ ਤੋਂ ਚਰਚਾ ਕੀਤੀ ਗਈ ਹੈ। ਪੁਸਤਕ ਦੇ ਕੁਝ ਅੰਸ਼ ਮਿੱਟੀ ਦੀ ਨਿਰੰਤਰਣ ਦੇ ਕਾਰਨ ਪ੍ਰੋਪੋਸ਼ਿਟੀ ਸਟੇਬਲ ਐਰੀਗੇਟਸ ਨਾਲ ਮਿੱਟੀ ਦੀ ਬਣਾਵਟ ਵਿੱਚ ਸੁਧਾਰ ਦੇ ਨਤੀਜੇ ਵਜੋਂ ਹਵਾ ਦਾ ਸੰਚਾਰ ਵੱਧ ਜਾਂਦਾ ਹੈ, ਜੋ ਸੂਖਮ ਜੀਵਾਂ ਦੀ ਗਤੀਵਿਧੀਆਂ ਨਾਈਟ੍ਰੋਜਨ ਫਿਕਸੇਸ਼ਨ ਦੇ ਲਈ ਜ਼ਰੂਰੀ ਹੈ। ਮਿੱਟੀ ਦੀ ਬਣਤਰ ਵਿੱਚ ਸੁਧਾਰ ਦੇ ਸਿੱਟੇ ਵਜੋਂ ਜ਼ਮੀਨ ਦੇ ਪਾਣੀ ਦਾ ਰਿਸਾਵ, ਧਾਰਨ ਅਤੇ ਸਪਲਾਈ ਕਰਨ ਦੀ क्षमता ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਭੂਮੀ ਦੇ ਹੇਠਲੇ ਪਾਣੀ ਦੇ ਸਤਰ ਵਿੱਚ ਵਾਧਾ ਅਤੇ ਜਲ ਨਿਕਾਸੀ ਵਿੱਚ ਵੀ ਮਦਦ ਮਿਲਦੀ ਹੈ। ਪਚਣ ਵਾਲੇ ਅਤੇ ਸੜਨ ਵਾਲੇ ਜੈਵਿਕ ਪਦਾਰਥਾਂ ਦਾ ਬਹੁਤ ਘੱਟ ਅੰਸ਼ ਕੇਂਚੂਏ ਰਾਹੀਂ ਸੋਖ ਲਿਆ ਜਾਂਦਾ ਹੈ ਅਤੇ ਜ਼ਿਆਦਾਤਰ ਬਚਿਆ ਭਾਗ ਸਟੇਬਲ ਹਿਊਮਸ ਦੇ ਰੂਪ ਵਿੱਚ ਹੁੰਦਾ ਹੈ। ਛੋਟੀ ਛੋਟੀ ਗੋਲੀਆਂ ਅਤੇ ਦਾਣੇਦਾਰ ਗੰਧ ਦੇ ਰੂਪ ਵਿੱਚ ਬਾਹਰ ਕੱਢ ਦਿੱਤਾ ਜਾਂਦਾ ਹੈ, ਜਿਸ ਨੂੰ ਵਰਮੀ ਕਾਸਟਿੰਗ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਜੈਵਿਕ ਵੇਸਟ ਦੇ ਕੇਂਚੂਏ ਦੀ ਭੋਜਨ ਨਾੜਾਂ ਤੋਂ ਗੁਜ਼ਰ ਜਾਣ ਦਾ ਪਰਿਣਾਮ ਹੁੰਦਾ ਹੈ। ਪੋਸ਼ਕ ਤੱਤਾਂ ਦੀ ਪ੍ਰਾਪਤੀ, ਮਾਈਕਰੋਬਸ ਦੀ ਵਧੀ ਸੰਖਿਆ, ਜ਼ਿਆਦਾਤਰ ਬਹੁਤ ਸਾਰੇ ਅਤੇ ਬਾਇਓ ਐਕਟਿਵ ਕੰਪਾਊਂਡਸ ਦੀ ਬਹੁਤਾਤ ਹੈ। ਵਰਮੀ ਕੰਪੋਸਟਿੰਗ ਦੇ ਲਾਭਾਂ ਦਾ ਅਹਿਸਾਸ ਅਤੇ ਜੈਵਿਕ ਖੇਤੀ ਅਤੇ ਵਪਾਰ ਹਾਰਟੀਕਲਚਰ ਵਿੱਚ ਇਸ ਦੇ ਵੱਧਦੇ ਉਪਯੋਗ ਦੇ ਪੂਰੇ ਭਾਰਤ ਵਿੱਚ ਸ਼ਾਮਲ ਕਰ ਸਕੇ ਇੰਡਸਟਰੀ ਦੇ ਰੂਪ ਵਿੱਚ ਵਿਕਸਤ ਕਰਨ ਦੀ ਬਹੁਤ ਸੰਭਾਵਨਾ ਹੈ। ਕੇਂਚੂਏ ਦਾ ਪ੍ਰਜਨਨ ਅਤੇ ਸੰਵਰਧਨ ਵਰਮੀ ਕਲਚਰ ਕਹਾਉਂਦਾ ਹੈ। ਕੇਂਚੂਏ ਤੋਂ ਨਿਕਲਣ ਵਾਲੇ ਪਦਾਰਥਾਂ ਨੂੰ ਵਰਮੀ ਕਾਸਟ ਕਹਿੰਦੇ ਹਨ। ਅਪਘਟਨਸ਼ੀਲ ਬੇਕਾਰ ਕਾਰਬਨਿਕ ਪਦਾਰਥਾਂ ਵਰਗੇ ਘਾਸ, ਸੁੱਕੀ ਘਾਸ, ਸਬਜ਼ੀਆਂ ਦੇ ਛਿਲਕੇ ਆਦਿ ਨੂੰ ਖਿਲਾ ਕੇ ਕੇਂਚੂਏ ਤੋਂ ਪ੍ਰਾਪਤ ਵਿਸਰਜਿਤ ਪਦਾਰਥਾਂ ਨੂੰ ਵਰਮੀ ਕੰਪੋਸਟ ਕਹਿੰਦੇ ਹਨ। ਕੇਂਚੂਏ ਦੀ ਸਹਾਇਤਾ ਤੋਂ ਅਪਘਟਨਸ਼ੀਲ ਜੀਵਾਣੂ ਪਦਾਰਥਾਂ ਤੋਂ ਖਾਦ ਬਣਾਉਣਾ ਵਰਮੀ ਕੰਪੋਸਟਿੰਗ ਕਹਾਉਂਦਾ ਹੈ। ਵਰਮੀ ਕੰਪੋਸਟ ਵਿੱਚ ਕੇਂਚੂਏ ਦੀ ਖਾਦ, ਉਸਦੇ ਬਚੇ ਹੋਏ ਮਲ ਅਤੇ ਅੰਡੇ, ਕਰੋਕੂਨ ਲਾਭ ਦਾ ਇੱਕ ਮੁੱਖ ਅਤੇ ਸੂਖਮ ਪੋਸ਼ਕ ਤੱਤ ਅਤੇ ਜੈਵਿਕ ਪਦਾਰਥਾਂ ਦਾ ਮਿਸ਼ਰਣ ਸ਼ਾਮਲ ਰਹਿੰਦਾ ਹੈ, ਜੋ ਮਿੱਟੀ ਨੂੰ ਲੰਮੇ ਸਮੇਂ ਤੱਕ ਉਪਜਾਊ ਅਤੇ ਉਪਯੋਗੀ ਬਣਾਉਂਦਾ ਹੈ। ਪੁਸਤਕ ਦੇ ਕੁਝ ਬਿੰਦੂ। ਕੇਂਚੂਏ ਦੀ ਮਹੱਤਤਾ ਅਤੇ ਉਪਯੋਗਿਤਾ, ਸਰੀਰ ਰਚਨਾ ਦੀ ਆਮ ਜਾਣਕਾਰੀ, ਕੇਂਚੂਏ ਵਿੱਚ ਪ੍ਰਜਨਨ, ਕੇਂਚੂਏ ਦਾ ਵਰਗੀਕਰਨ, ਕੇਂਚੂਆ ਖਾਦ ਵਰਮੀ ਕੰਪੋਸਟ ਬਣਾਉਣ ਦੀ ਜ਼ਰੂਰਤ, ਵਰਮੀ ਕੰਪੋਸਟ ਬਣਾਉਣ ਲਈ ਕ੍ਰਮਬੱਧ ਚਰਨ, ਵਰਮੀ ਕੰਪੋਸਟ ਬਣਾਉਣ ਦੀ ਵਿਧੀ, ਵਰਮੀ ਕੰਪੋਸਟ ਦਾ ਉਪਯੋਗ।